सतनाम श्री वाहेगुरु जी। सो दर केहा सो घर केहा, जित बह सर्ब समाले। बाजे नाद अनेक असंखा, केते वावण हारे। सो दर केहा सो घर केहा, जित वह सर्व समाले। वाजे नाद अनेक असंखा, केते बावण हारे। केते राग परी स्यो कहियन, केते गावण हारे। गावह तूनो पौन पाणी वह संतर, गावै राजा धर्म द्वारे। गावह चित गुप्त लिख जानह, लिख लिख धर्म विचारे। गावह ईश्वर बर्मा देवी, सोहन सदा सवारे। गावह इंद इंदासन बैठे, देवत्या दर नाले। गावह सिद्ध समाधि अंदर, गावण साध विचारे। गावण जति सती संतोखी, गावह वीर करारे। गावण पंडित पढ़ रखीसर, जुग जुग वेदां नाले। गावह मोहनिया मन मोहन, सुरगा मछ प्याले। गावण रतन उपाय तेरे, 68 तीर्थ नाले। गावह जोध महाबल सूरा, गावह खाणी चारे। गावह खंड मंडलवर भंडा, कर कर रखे धारे। सेई तुधनो गावह जो तुध भावन, रते तेरे भगत रसाले। होर केते गावण से मैं चतना आवण, नानक क्या विचारे। सोई सोई सदा सच साहिब, साचा साची नाई। है भी होसी जाए ना जासी, रचना जन रचाई। रंगी रंगी पाती कर कर, जिनसी माया जिन उपाई। सोई सोई सदा सच साहिब, साचा साची नाई। है भी होसी जाए ना जासी, रचना जन रचाई। रंगी रंगी पाती कर कर, जिनसी माया जिन उपाई। कर कर वेख कीता अपना, जिव तिस दी वड्याई। जो तिस भावै सोई करसी, हुक्म न करना जाई। सो पात साहो साहा पात साहिब, नानक रहन रजाई। जो तिस भावै सोई करसी, हुक्म न करना जाई। सो पात साहो साहा पात साहिब, नानक रहन रजाई। सो दर केहा सो घर केहा, जित वै सर्ब समाले। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु, खालसा, साध संगत जीओ,
ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਦਰ ਘਰ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ ਤੇ ਗੁਰੂ ਪਾਤਸ਼ਾਹ ਦੀ ਮਿਹਰ ਹੁੰਦੀ ਹੈ। ਜਿਹੜੇ ਗੈਰ ਹਾਜ਼ਰ ਰਹਿੰਦੇ ਹਨ, ਉਹ ਗੁਰੂ ਦੀ ਮਿਹਰ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਅਸੀਂ ਵਡਭਾਗੀ ਹਾਂ, ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਇਹ ਦਾਤ ਵੱਡਿਆਂ ਭਾਗਾਂ ਦੇ ਨਾਲ ਹੀ ਨਸੀਬ ਹੁੰਦੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਅਤੇ ਨਾਲ ਹੀ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਰਹੇ ਹਨ। ਇਸ ਤੋਂ ਵੀ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਅਸੀਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਵੀ ਸਰਵਣ ਕਰ ਰਹੇ ਹਾਂ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਕਰ ਵਾਸਾ ਹੋਏ। ਬਾਣੀ ਦੀ ਵਿਚਾਰ ਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਸਕਦੀ ਹੈ। ਇਸੇ ਲਈ ਸਤਿਗੁਰੂ ਨੇ ਫਰਮਾਇਆ ਹੈ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਕਰ ਸਕਦਾ ਹੈ, ਨਾਲ ਸ਼ਰਤ ਇਹ, ਜੇ ਕੋ ਗੁਰਮੁਖ ਹੋਏ। ਜੇ ਕੋਈ ਗੁਰਮੁਖ ਹੋ ਜਾਵੇ, ਗੁਰਮੁਖ ਬਣ ਜਾਵੇ, ਗੁਰੂ ਦੇ ਸਨਮੁਖ ਹੋ ਜਾਵੇ ਤੇ ਗੁਰੂ ਨੂੰ ਸਮਰਪਿਤ ਹੋ ਜਾਵੇ, ਉਹੀ ਗੁਰਬਾਣੀ ਦੀ ਵਿਚਾਰ ਕਰ ਸਕਦਾ ਹੈ। ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਨਾਲ ਜੁੜਦਾ ਹੈ, ਉਹਦਾ ਨਿਜ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੋਰਖਨਾਥ ਦੇ ਚੇਲੇ ਸਿੱਧ ਲੋਕ ਆਏ ਹਨ ਔਰ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸਾਂ ਸੁਣਿਆ ਹੈ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਉਹਦੇ ਸੱਚਖੰਡ ਦਰਬਾਰ ਦੇ ਵਿੱਚ ਪਧਾਰੇ, ਪਰ ਸਾਨੂੰ ਤੇ ਐਸਾ ਸਮਾਂ ਇਹ ਸੁਭਾਗ ਪ੍ਰਾਪਤ ਨਹੀਂ ਹੋ ਸਕਿਆ। ਆਪ ਕਿਰਪਾ ਕਰੋ, ਜਿਸ ਤਰ੍ਹਾਂ ਦਾ ਸੱਚਖੰਡ ਦਰਬਾਰ ਤੁਸਾਂ ਤੱਕਿਆ ਹੈ ਉਹਦੇ ਬਾਰੇ ਕੁਝ ਰੋਸ਼ਨੀ ਪਾਓ, ਕੁਝ ਚਾਨਣਾ ਪਾਓ, ਸਾਨੂੰ ਵੀ ਕੁਝ ਸਮਝ ਆ ਜਾਵੇ
ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰ ਕਰ ਕਿਹੋ ਜਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਧਾਂ ਦੀ ਬੇਨਤੀ ਨੂੰ ਸੁਣ ਕੇ ਇਹ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਉਚਾਰਨ ਕੀਤੀ, ਜਿਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦਾ ਬਹੁਤ ਸੋਹਣਾ ਨਕਸ਼ਾ ਖਿੱਚ ਕੇ ਇਹ ਗੱਲ ਸਮਝਾਈ ਹੈ ਕਿ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਕੀ ਹੋ ਰਿਹਾ ਹੈ। ਸਭ ਤੋਂ ਮੁੱਖ ਗੱਲ ਇਹ ਹੈ, ਹਜ਼ੂਰ ਨੇ ਬਾਣੀ ਵਿੱਚ ਇੱਕ ਬਹੁਤ ਭਾਵਪੂਰਤ ਬਚਨ ਆਖਿਆ ਹੈ, ਤਹਿ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ, ਉਥੇ ਅਠੇ ਪਹਿਰ ਹੀ ਕੀਰਤਨ ਹੋ ਰਿਹਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਸਾਡੇ ਸਾਹਮਣੇ ਇੱਕ ਸਵਾਲ ਖੜਾ ਹੋ ਗਿਆ ਵੀ ਉਸ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਅਠੇ ਪਹਿਰ ਕੀਰਤਨ ਕਿਵੇਂ ਹੋ ਰਿਹਾ ਹੈ। ਕੀ ਉਸ ਦੇ ਇਹੋ ਜਿਹੇ ਰਾਗੀ ਰੱਖੇ ਹੋਏ ਹਨ ਜਾਂ ਰਬਾਬੀ ਰੱਖੇ ਹੋਏ ਹਨ ਜਿਹੜੇ 24 ਘੰਟੇ ਕੀਰਤਨ ਹੀ ਕਰਦੇ ਰਹਿੰਦੇ ਨੇ? ਨਹੀਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਉਹ ਭੁਲੇਖਾ ਦੂਰ ਕੀਤਾ ਹੈ ਕਿ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਅੰਦਰ ਕੇਵਲ ਰਾਗੀ ਜਾਂ ਰਬਾਬੀ ਹੀ ਕੀਰਤਨ ਨਹੀਂ ਕਰਦੇ, ਬਲਕਿ ਜਿਤਨੀ ਵੀ ਅਕਾਲ ਪੁਰਖ ਵਾਹਿਗੁਰੂ ਦੀ ਸ੍ਰਿਸ਼ਟੀ ਸਾਜੀ ਹੈ, ਕੁੱਲ ਕਾਇਨਾਤ ਸਾਰੇ ਹੀ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਕਰ ਰਹੇ ਹਨ। ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਉਚਾਰਨ ਕਰ ਰਹੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਦ੍ਰਿਸ਼ਟੀਕੋਣ ਬਹੁਤ ਵਿਸ਼ਾਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉੜੀਸਾ ਦੇ ਅੰਦਰ ਜਗਨਨਾਥਪੁਰੀ ਦੇ ਮੰਦਰ ਵਿੱਚ ਗਏ, ਪੰਡੇ ਉਸ ਵੇਲੇ ਆਰਤੀ ਉਤਾਰ ਰਹੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਸਮਝਾਇਆ, ਤੁਸੀਂ ਕਿਸ ਭੁਲੇਖੇ ਦੇ ਵਿੱਚ ਪੈ ਕੇ ਇਹ ਕੁਛ ਕਰ ਰਹੇ ਹੋ। ਤੁਹਾਨੂੰ ਪਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਤਨਾ ਵੱਡਾ ਹੈ। ਆ ਤੁਹਾਡੇ ਥਾਲ ਦੇ ਵਿੱਚ ਰੱਖੇ ਹੋਏ ਦੀਵੇ, ਇਹ ਉਸ ਦੀ ਆਰਤੀ ਦੇ ਯੋਗ ਹੀ ਨਹੀਂ, ਇਹ ਤੇ ਬੜੀਆਂ ਛੋਟੀਆਂ ਚੀਜ਼ਾਂ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਤਨਾ ਵੱਡਾ ਹੈ, ਉਤਨੀ ਵੱਡੀ ਹੀ ਉਹਦੀ ਆਰਤੀ ਹੋ ਰਹੀ ਹੈ। ਪੁਜਾਰੀ ਹੈਰਾਨ ਹੋ ਕੇ ਪੁੱਛਣ ਲੱਗੇ, ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਹੋ ਰਹੀ ਹੈ? ਤਾਂ ਹਜ਼ੂਰ ਨੇ ਉਹ ਸ਼ਬਦ ਉਚਾਰਨ ਕੀਤਾ ਸੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਗੁਰੂ ਮਹਾਰਾਜ ਦਾ ਅਨੁਭਵ ਕਿਤਨਾ ਵਿਸ਼ਾਲ ਹੈ, ਕਿਤਨਾ ਵਿਆਪਕ ਹੈ। ਹਜ਼ੂਰ ਕਹਿੰਦੇ ਤੁਸੀਂ ਤਾਂ ਛੋਟੇ ਜਿਹੇ ਥਾਲ ਦੇ ਵਿੱਚ 2-4 ਦੀਵੇ ਜਗਾ ਕੇ ਆਰਤੀ ਉਤਾਰਦੇ ਹੋ, ਪਰ ਸਾਡੀ ਦ੍ਰਿਸ਼ਟੀ ਦੇ ਅੰਦਰ ਗਗਨਮय ਥਾਲ ਜਿਤਨਾ ਵੀ ਆਕਾਸ਼ ਹੈ ਇਹ ਇੱਕ ਥਾਲ ਹੈ। ਜਿਤਨੇ ਵੀ ਚੰਦਰਮਾ ਤੇ ਸੂਰਜ ਨੇ ਉਹ ਸਾਰੇ ਦੀਵੇ ਬਲ ਰਹੇ ਨੇ। ਗगनमय थाल रव चंद दीपक बने, तारका मंडल जनक मोती। आ जितना भी तारा मंडल है, ग्रह दिखाई देंदे ने,
ਇਹ ਮਾਨੋ ਉਸ ਥਾਲ ਦੇ ਵਿੱਚ ਮੋਤੀ ਜੜੇ ਹੋਏ ਨੇ। कितना विशाल अनुभव है। गगन में थाल रव चंद दीपक बने, तारका मंडल जनक मोती, तूप मल आन लो पवन चवरो करे, सगल बन राए फूलंत ज्योति। हजूर कहते ने तुसी तां थोड़ा जिहा चंदन कसा के तूप दिखाउंदे हो, पर जिहड़ा मलयागर पर्वत है जिथे चंदन है, वो सारा ही उस वाहिगुरु परमेश्वर की भेटा पूजा दे विच धूप तुखारिया है। अते इस दे नाल ही पवन देवता चौर चुला रहा है। तुसीं ध्यान दे नाल देखोगे जदों हवा तेज चलती है ते जिहड़े वड्डे वड्डे दरख्त ने वो इस तरह झूलते हैं जिवें चौर हो रहा होवे। ये गुरु नानक साहब का विशाल ते व्यापक अनुभव है। धूप मल आन लो पवन चवरो करे, सगल बनराए फूलांत ज्योति। आ जितने भी बनासपति है, जिन्ने भी फुल खिड़े हुए ने, ये सारे उस वाहिगुरु परमेश्वर की भेटा हो रहे हैं। अपने आप ही बनासपति अपने फुल उस अकाल पुरख की भेटा चढ़ा रही है। कैसी आरती होए पवखंडना तेरी आरती, अनहता शब्द वाजंत भेरी। जिवें धन गुरु नानक देव महाराज सच्चे पातशाह ने उस अकाल पुरख वाहिगुरु परमेश्वर की व्यापक आरती का जिक्र किया सी, ते इस पावन सोदर की पौड़ी के अंदर हजूर ने उस वाहिगुरु परमेश्वर के ब्रह्मंडी कीर्तन का जिक्र किया है, जो सारे ब्रह्मंडा खंडा दे विच हो रहा है। असी नहीं कर सकते पर हो रहा है। जदों आपां साहिब श्री गुरु ग्रंथ साहिब जी की पवित्र बाणी पढ़ते हाँ, इहदे विच 3 सोदर आए ने। एक तां ये जपजी साहिब जी दे विच सोदर की पौड़ी है, दूसरा रहरा साहिब जी दे आरंभ दे विच सोदर उचारण किया जाता है, तीसरा सोदर आसा राग दे आरंभ दे विच लिखिया होया है। इहदे बारे इतिहासक पक्ष तो महापुरख ये विचार दसदे सन, जिहड़ा रहरा साहिब जी के अंदर सोदर पढ़िया जाता है, ये धन गुरु नानक देव महाराज सच्चे पातशाह ने उस अकाल पुरख वाहिगुरु दे सचखंड दे विच जाके उहदे सन्मुख उचारण किया। ये मानो उस अकाल पुरख वाहिगुरु का स्तोत्र सी। अते जिहड़ा दूसरा आसा राग दे आरंभ दे विच सोदर आउंदा है, उहदे बारे इतिहासक पक्ष तो लिखिया मिलता है। जदों हजूर सचखंड तो परत के वापस सुल्तानपुर विच आए, बेबे नानकी जी ने पूछया कि जिस अकाल पुरख वाहिगुरु दे सचखंड दरबार दे विच तुसीं गए सो, ते मैनू भी उहदे बारे दसो। दूसरा सोदर बेबे नानकी जी दे परथाएं उचारण किया गया। तीसरा ये सोदर है जो जपजी साहिब जी की 27वीं पौड़ी है। इहदे बारे महापुरख ये विचार दसदे हन कि सिद्धां ने सतगुरु दे चरणां विच बेनती कीती, ते सिद्धां दे परथाएं सोदर दी पौड़ी उचारण की गई। एक गल तां स्पष्ट है, ये जिहड़ा सोदर है धन गुरु नानक देव महाराज सच्चे पातशाह ने उस अकाल पुरख वाहिगुरु परमेश्वर दे दर्शन दीदार करके उस तो बाद ही उचारण किया है। क्यों? इहदे विच उस वाहिगुरु दे दर घर दा सतगुरु ने जिक्र किया है।
ਉੱਥੇ ਕੀ ਹੋ ਰਿਹਾ ਹੈ, ਇਹਦੇ ਬਾਰੇ ਸਤਿਗੁਰੂ ਨੇ ਬਹੁਤ ਸੋਹਣੇ ਢੰਗ ਦੇ ਨਾਲ ਰੌਸ਼ਨੀ ਪਾਈ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਿੱਧਾਂ ਦੇ ਪੁੱਛਣ ਤੋਂ, ਮਹਾਰਾਜ ਤੁਸਾਂ ਤੇ ਵਾਹਿਗੁਰੂ ਦਾ ਸੱਚਖੰਡ ਤੱਕਿਆ ਹੈ, ਉਹਦਾ ਦਾਰਕਾਰ ਕਿਹੋ ਜਿਹਾ ਹੈ, ਸਾਨੂੰ ਇਹਦੇ ਬਾਰੇ ਦੱਸੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸੋਦਰ ਦੀ ਪੌੜੀ ਉਚਾਰਨ ਕੀਤੀ। ਲੋ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਬਾਣੀ ਦੇ ਅਰਥ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਕਸਦ ਲੋਕੋ, ਸੋ ਦਰ ਕੇਹਾ ਸੋ ਘਰ ਕੇਹਾ। ਉਹ ਦਰ ਕੇਹਾ ਦਾ ਅਰਥ ਹੈ ਕਿਹੋ ਜਿਹਾ ਹੈ। ਇਹ ਜਿਹੜਾ ਕੇਹਾ ਸ਼ਬਦ ਹੈ ਇਹ ਵਿਸਮਾਦ ਜਨਕ ਹੈ। ਹਜ਼ੂਰ ਕਹਿੰਦੇ ਸੋ ਦਰ ਕੇਹਾ, ਉਸ ਵਾਹਿਗੁਰੂ ਦਾ ਦਰ ਕਿਹੋ ਜਿਹਾ ਹੈ, ਬੜਾ ਹੀ ਸੁੰਦਰ ਹੈ, ਬੜਾ ਹੀ ਵਿਸਮਾਦ ਹੈ, ਬੜਾ ਹੀ ਅਚਰਜ ਹੈ। ਸੋ ਘਰ ਕੇਹਾ, ਤੇ ਉਸ ਵਾਹਿਗੁਰੂ ਦਾ ਉਹ ਘਰ ਕਿਹੋ ਜਿਹਾ ਹੋਵੇਗਾ। ਇਹਦਾ ਉੱਤਰ ਹੈ, ਉਸ ਵਾਹਿਗੁਰੂ ਦਾ ਘਰ ਵੀ ਬੜਾ ਸੁੰਦਰ ਹੈ ਤੇ ਬਹੁਤ ਵਿਸਮਾਦ ਜਨਕ ਹੈ। ਜਿਹੜਾ ਵੀ ਇੱਕ ਵਾਰੀ ਉਸ ਵਾਹਿਗੁਰੂ ਦੇ ਦਰ ਘਰ ਨੂੰ ਵੇਖ ਲੈਂਦਾ ਹੈ, ਉਹਦਾ ਮੁੜ ਕੇ ਆਉਣ ਨੂੰ ਦਿਲ ਨਹੀਂ ਕਰਦਾ। ਐਸਾ ਸੁੰਦਰ ਵਾਹਿਗੁਰੂ ਦਾ ਦਰ ਘਰ ਹੈ। ਇੱਕ ਵਾਰ ਬਾਬਾ ਕਾਲੂ ਜੀ ਨੇ ਆਪਣੇ ਸਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਮੈਂ ਆਪਣੇ ਪਿਤਰਾਂ ਦੇ ਨਿਮਿਤ ਸ਼ਰਾਧ ਕਰਨੀ ਚਾਹੁੰਦਾ ਹਾਂ। ਸਤਿਗੁਰੂ ਕਹਿਣ ਲੱਗੇ, ਪਿਤਾ ਜੀ ਕੀ ਲੋੜ ਹੈ ਐਸਾ ਕੰਮ ਕਰਨ ਦੀ। ਮਹਾਰਾਜ ਹਿੰਦੂ ਧਰਮ ਦੀ ਇੱਕ ਰੀਤ ਹੈ, ਲੋਕੀ ਪਿਤਰਾਂ ਦੇ ਨਿਮਿਤ ਸ਼ਰਾਧ ਕਰਵਾਉਂਦੇ ਨੇ ਔਰ ਉਹਦੇ ਬਾਰੇ ਇਹ ਵੀ ਖਿਆਲ ਕੀਤਾ ਜਾਂਦਾ ਹੈ ਕਿ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਜਿਹੜਾ ਪੰਡਤਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਉਹ ਪਿਤਰਾਂ ਨੂੰ ਪਹੁੰਚ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਬਾਬਾ ਜੀ ਇਹ ਸਾਰੇ ਪੰਡਤ ਲੋਕਾਂ ਦੇ ਅੰਧ ਵਿਸ਼ਵਾਸ ਦੇ ਕਾਰਨ ਪ੍ਰਚਲਿਤ ਕੀਤੇ ਹੋਏ ਨੇ। ਇਹਦੇ ਵਿੱਚ ਕੋਈ ਸਚਾਈ ਨਹੀਂ ਵੀ ਇੱਥੇ ਕਿਸੇ ਦਾ ਛਕਿਆ ਹੋਇਆ ਭੋਜਨ ਅੱਗੇ ਜਾ ਕੇ ਕਿਸੇ ਨੂੰ ਮਿਲਦਾ ਹੋਵੇਗਾ। ਨਹੀਂ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਜਿਹੜਾ ਧਰਮ ਦੀ ਕਿਰਤ ਕਰਕੇ ਸੰਗਤਾਂ ਨੂੰ ਛਕਾਉਂਦਾ ਹੈ ਉਹ ਤੇ ਅੱਗੇ ਜਾ ਕੇ ਪਹੁੰਚ ਜਾਂਦਾ ਹੈ, ਪਰ ਕੇਵਲ ਪੰਡਤਾਂ ਨੂੰ ਛਕਾਇਆ ਅੱਗੇ ਨਹੀਂ ਪਹੁੰਚ ਸਕਦਾ। ਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ, ਪਿਤਾ ਜੀ ਤੁਹਾਡੇ ਤਾਂ ਬਜ਼ੁਰਗ ਹੁਣ ਐਸੀ ਥਾਂ ਤੇ ਪਹੁੰਚ ਗਏ ਨੇ ਜਿੱਥੇ ਉਹਨਾਂ ਨੂੰ ਨਾ ਭੋਜਨ ਦੀ ਲੋੜ ਹੈ, ਨਾ ਵਸਤਰਾਂ ਦੀ ਲੋੜ ਹੈ, ਨਾ ਕਿਸੇ ਹੋਰ ਪਦਾਰਥ ਦੀ ਲੋੜ ਹੈ। ਬਾਬਾ ਕਾਲੂ ਜੀ ਕਹਿਣ ਲੱਗੇ, ਮੈਨੂੰ ਕਿਵੇਂ ਨਿਸ਼ਚਾ ਹੋਵੇ। ਤਾਂ ਸਤਿਗੁਰੂ ਕਹਿਣ ਲੱਗੇ, ਅੱਛਾ ਆਓ ਸਾਡੇ ਕੋਲ। ਬਾਬਾ ਜੀ ਸਤਿਗੁਰੂ ਦੇ ਕੋਲ ਚਲੇ ਗਏ। ਸਤਿਗੁਰੂ ਨੇ ਆਖਿਆ, ਬਾਬਾ ਜੀ ਅੱਖਾਂ ਬੰਦ ਕਰੋ। ਅੱਖਾਂ ਬੰਦ ਕੀਤੀਆਂ, ਹੱਥ ਬਾਬਾ ਜੀ ਦੇ ਸਿਰ ਉੱਤੇ ਰੱਖਿਆ। ਕੀ ਵੇਖਦੇ ਨੇ, ਬਾਬਾ ਜੀ ਵੀ ਸੱਚਖੰਡ ਵਿੱਚ ਪਹੁੰਚ ਗਏ ਔਰ ਉੱਥੇ ਜਾ ਕੇ ਵੇਖਿਆ ਜਿਤਨੇ ਵੀ ਇਹਨਾਂ ਦੇ ਕੋਲ ਦੇ ਬਜ਼ੁਰਗ ਨੇ, ਪਿਤਾ ਪਤਾਮਾ ਦਾਦੇ ਪੜਦਾਦੇ, ਸਾਰੇ ਉੱਥੇ ਬੈਠੇ ਨੇ, ਬੜੇ ਆਨੰਦ ਵਿੱਚ ਨੇ। ਬਾਬਾ ਜੀ ਦਾ ਵੀ ਉੱਥੇ ਹੀ ਜੀ ਲੱਗ ਗਿਆ। ਬਾਬਾ ਜੀ ਉਹਨਾਂ ਨੂੰ ਪੁੱਛਣ ਲੱਗੇ, ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਦੋਂ ਕਦੇ ਇੱਥੇ ਆਏ ਹੋ। ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ
ਕਹਿਣ ਲੱਗੇ, ਬਾਬਾ ਜੀ ਜਦੋਂ ਦੇ ਤੁਹਾਡੇ ਘਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ, ਉਸ ਦਿਨ ਤੋਂ ਲੈ ਕੇ ਅਸੀਂ ਸਾਰੇ ਹੀ ਇੱਥੇ ਪਹੁੰਚੇ ਹੋਏ ਹਾਂ। ਹਰਖ ਆਨੰਦ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇਹ ਸਾਰੀ ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਹੈ। ਤੇਰੀ ਕਾਲਣਾ, ਤੇਰੀ ਤਪੱਸਿਆ ਸਫਲ ਹੋਈ ਹੈ। ਕੁਛ ਦੇਰ ਤੋਂ ਬਾਅਦ ਸਤਿਗੁਰੂ ਨੇ ਬਾਬਾ ਜੀ ਦਾ ਹੱਥ ਫੜ ਕੇ ਹਿਲਾਇਆ। ਉਹਨਾਂ ਦੀ ਸੁਰਤ ਸੱਚਖੰਡ ਤੋਂ ਹੇਠਾਂ ਮਾਤ ਲੋਕ ਵਿੱਚ ਆਈ। ਬਾਬਾ ਜੀ ਹੈਰਾਨ ਹੋਏ, ਕਹਿਣ ਲੱਗੇ, ਮੈਂ ਤੇ ਇਸ ਗੱਲ ਤੇ ਹੈਰਾਨ ਹਾਂ ਵੀ ਇੰਨਾ ਆਨੰਦ, ਇੰਨੀ ਸ਼ਾਂਤੀ, ਇੰਨਾ ਸੁੱਖ ਸਾਡੇ ਬਜ਼ੁਰਗਾਂ ਨੂੰ ਤੁਹਾਡੀ ਕਿਰਪਾ ਨਾਲ ਮਿਲਿਆ ਹੈ। ਮੇਰਾ ਵੀ ਦਿਲ ਕਰਦਾ ਮੈਂ ਵੀ ਉੱਥੇ ਹੀ ਚਲਿਆ ਜਾਵਾਂ। ਬਾਬਾ ਜੀ ਦੇ ਮਨ ਵਿੱਚੋਂ ਮੌਤ ਦਾ ਡਰ ਵੀ ਖਤਮ ਹੋ ਗਿਆ। ਤੇ ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਹੁਣ ਤੁਹਾਡਾ ਥੋੜਾ ਹੀ ਸਮਾਂ ਰਹਿੰਦਾ ਹੈ, ਤੁਸੀਂ ਉਹਨਾਂ ਚਿਰ ਤੱਕ ਸਿਮਰਨ ਕਰੋ, ਵਾਹਿਗੁਰੂ ਦਾ ਧਿਆਨ ਕਰੋ, ਤੁਸੀਂ ਵੀ ਉੱਥੇ ਹੀ ਪਹੁੰਚ ਜਾਵੋਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਦਰ ਘਰ ਵੇਖਿਆ ਹੀ ਨਹੀਂ ਤੇ ਵਿਖਾਉਣ ਦੀ ਵੀ ਸਮਰੱਥਾ ਰੱਖਦੇ ਸਨ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਹਾਜ਼ੂਰ ਕਹਿੰਦੇ, ਜਿੱਥੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ, ਖਬਰਸਾਰ ਲੈਂਦਾ ਹੈ, ਉਹ ਵਾਹਿਗੁਰੂ ਦਾ ਦਰ ਕਿਹੋ ਜਿਹਾ ਹੋਵੇਗਾ, ਉਹ ਘਰ ਕਿਹੋ ਜਿਹਾ ਹੋਵੇਗਾ। ਭਾਵ ਬਹੁਤ ਹੀ ਦਿਲਕਸ਼, ਬਹੁਤ ਹੀ ਸੁੰਦਰ ਤੇ ਬਹੁਤ ਹੀ ਉਹ ਵਿਸਮਾਦ ਰੂਪ ਹੋਵੇਗਾ। ਵਾਹਿਗੁਰੂ ਦਾ ਦਰ ਘਰ, ਜਾਂ ਇਸ ਦੇ ਹੋਰ ਵੀ ਅਰਥ ਵਿਦਵਾਨ ਕਰਦੇ ਨੇ ਵੀ ਦਰ ਦਾ ਅਰਥ ਹੈ ਸਾਧ ਸੰਗਤ ਤੇ ਘਰ ਦਾ ਅਰਥ ਹੈ ਪਰਲੋਕ। ਇਹ ਵੀ ਬੜਾ ਸੁੰਦਰ ਹੈ। ਦਰ ਦਾ ਅਰਥ ਹੈ ਗਿਆਨ ਤੇ ਘਰ ਦਾ ਅਰਥ ਹੈ ਸਰੂਪ। ਇਹ ਵੀ ਬੜੀ ਅਚਰਜ ਗੱਲ ਹੈ। ਦਰ ਦਾ ਅਰਥ ਹੈ ਮੁਖ ਤੇ ਘਰ ਦਾ ਅਰਥ ਹੈ ਸਾਡਾ ਹਿਰਦਾ। ਔਰ ਇੱਥੇ ਵੀ ਵਾਹਿਗੁਰੂ ਪਰਮੇਸ਼ਰ ਵਸਦਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਦਰ ਹੈ ਸੰਸਾਰ ਤੇ ਘਰ ਹੈ ਪਰਮੇਸ਼ਰ ਦੀ ਦਰਗਾਹ। ਦਰ ਹੈ ਆਲੋਕ ਤੇ ਘਰ ਹੈ ਪਰਲੋਕ। ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਅਚਰਜ ਹੀ ਬਣਾਏ ਹੋਏ ਨੇ। ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਬਾਜੇ ਨਾਦ ਅਨੇਕ ਅਸੰਖਾ, ਕੀਤੇ ਬਾਵਣ ਹਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਕੀ ਹੋ ਰਿਹਾ ਹੈ। ਹਜ਼ੂਰ ਕਹਿੰਦੇ ਨੇ, ਵਾਜੇ ਨਾਦ ਅਨੇਕ ਅਸੰਖਾ। ਉਥੇ ਅਨੇਕਾਂ ਤਾਂ ਵਾਜੇ ਹੀ ਹਨ ਤੇ ਅਣਗਿਣਤ ਉਹਨਾਂ ਦੀਆਂ ਧੁਨੀਆਂ ਨੇ, ਸੰਗੀਤ ਆਲਾਪੇ ਜਾ ਰਹੇ ਨੇ। ਕੀਤੇ ਬਾਵਣ ਹਾਰੇ, ਤੇ ਕਿੰਨੇ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਵਜੰਤਰੀ ਨੇ। ਇਹਦਾ ਮਤਲਬ ਇਹ ਹੈ, ਉਸ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਅੱਠੇ ਪਹਿਰ ਹੀ ਕੀਰਤਨ ਹੋ ਰਿਹਾ ਹੈ। ਉਹਦੀ ਸਿਫਤ ਸਲਾਹ ਦੇ ਗੁਣ ਗਾਇਨ ਕੀਤੇ ਜਾਂਦੇ ਨੇ ਅਤੇ ਸੰਗੀਤਮਈ ਧੁਨਾਂ ਦੇ ਵਿੱਚ ਅਨੇਕਾਂ ਹੀ ਸੰਗੀਤਕਾਰ ਅਨੇਕ ਤਰ੍ਹਾਂ ਦੇ ਵਾਜੇ ਲੈ ਲੈ ਕੇ ਅਣਗਿਣਤ ਪ੍ਰਕਾਰ ਦੀਆਂ ਧੁਨੀਆਂ ਕੱਢ ਕੱਢ ਕੇ ਤੇ ਉਹਨਾਂ ਨੂੰ ਵਜਾ ਕੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ। ਕੀਤੇ ਰਾਗ ਪਰੀ ਸਿਉ ਕਹੀਨ, ਕੀਤੇ ਗਾਵਣ ਹਾਰੇ। ਤੇ ਮਹਾਰਾਜ ਉੱਥੇ ਗਾਉਣ ਵਾਲੇ ਕੌਣ ਨੇ? ਹਜ਼ੂਰ ਕਹਿੰਦੇ, ਕੀਤੇ ਰਾਗ ਪਰੀ ਸਿਉ ਕਹੀਨ। ਕਿੰਨੇ ਹੀ ਰਾਗ ਨੇ ਤੇ ਪਰੀ ਦਾ ਅਰਥ ਹੈ ਰਾਗਣੀਆਂ। ਕਿੰਨੇ ਹੀ ਰਾਗ ਨੇ ਤੇ ਕਿੰਨੀਆਂ ਹੀ ਪਰੀਆਂ ਰਾਗਣੀਆਂ ਨੇ। ਔਰ ਉਹਨਾਂ ਦੇ ਨਾਲ ਰਾਗਾਂ ਦੇ ਪੁੱਤਰ ਵੀ ਕਹੀਆਂ ਆਖੀ ਦੇ ਨੇ। ਕੀਤੇ ਗਾਵਣ ਹਾਰੇ, ਭਾਈ ਕਿੰਨੇ ਹੀ ਰਾਗ ਤੇ ਰਾਗਣੀਆਂ ਤੇ ਉਹਨਾਂ ਦੇ ਪੁੱਤਰ ਵਾਹਿਗੁਰੂ ਦੇ ਜਸ ਨੂੰ ਗਾਉਣ ਵਾਲੇ ਨੇ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਅੰਦਰ ਵੀ ਜਿਹੜੇ ਰਾਗ ਤੇ ਰਾਗਣੀਆਂ ਤੇ ਉਹਨਾਂ ਦੇ ਅੱਗੇ ਪੁੱਤਰ ਨੇ, ਉਹ ਪ੍ਰਤੱਖ ਰੂਪ ਦੇ ਵਿੱਚ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ ਰਾਗਮਾਲਾ ਬਾਣੀ ਲਿਖਵਾਈ।
ਤੇ ਜਿਹੜੀ ਰਾਗਮਾਲਾ ਬਾਣੀ ਹੈ ਉਹਦੇ ਵਿੱਚ ਹਾਜ਼ੂਰ ਨੇ ਰਾਗਾਂ ਦਾ ਜ਼ਿਕਰ ਕੀਤਾ ਹੈ, ਜਿਹਦੇ ਵਿੱਚ 6 ਮੁੱਖ ਰਾਗ ਨੇ ਤੇ ਇੱਕ ਇੱਕ ਰਾਗ ਦੀਆਂ 5-5 ਰਾਗਣੀਆਂ ਬਿਆਨ ਕੀਤੀਆਂ ਤੇ ਇੱਕ ਇੱਕ ਰਾਗ ਦੇ 8-8 ਪੁੱਤਰ ਵੀ ਉੱਥੇ ਲਿਖੇ ਨੇ। ਹਾਜ਼ੂਰ ਕਹਿੰਦੇ ਇਹ ਸਾਰੇ ਹੀ ਰਾਗ ਰਾਗਣੀਆਂ ਤੇ ਉਹਨਾਂ ਦੇ ਪੁੱਤਰ ਕੇਤੇ ਰਾਗ ਪਰੀ ਸਿਉ ਕਹੀਅਨ, ਕਿੰਨੇ ਹੀ ਰਾਗ ਰਾਗਣੀਆਂ ਸਮੇਤ ਤੇ ਆਪਣੇ ਪਰਿਵਾਰਾਂ ਦੇ ਸਮੇਤ ਉੱਥੇ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਨੇ। ਇਹ ਵਾਹਿਗੁਰੂ ਦੇ ਦਰ ਘਰ ਦਾ ਨਕਸ਼ਾ ਸਤਿਗੁਰੂ ਪੇਸ਼ ਕਰ ਰਹੇ ਹਨ। ਗਾਵਹਿ ਤੂਨਹੁ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਸੱਚੇ ਪਾਤਸ਼ਾਹ ਹੋਰ ਕੌਣ ਕੌਣ ਵਾਹਿਗੁਰੂ ਦੇ ਜਸ ਨੂੰ ਗਾ ਰਿਹਾ ਹੈ? ਹਜ਼ੂਰ ਕਹਿੰਦੇ ਗਾਵਹਿ ਤੁਹਨੁ ਪੌਣ ਪਾਣੀ ਬੈਸੰਤਰ। ਹੁਣ ਵਾਹਿਗੁਰੂ ਨੂੰ ਸੰਬੋਧਨ ਕਰਨ ਦੇ ਲਈ ਤੁਹਨੁ ਸ਼ਬਦ ਵਰਤੇ ਹੈ। ਹੁਣ ਜਿਹੜਾ ਅੱਗੇ ਰਹਿਰਾ ਸਾਹਿਬ ਜੀ ਦੇ ਵਿੱਚ ਸੋਦਰ ਉਚਾਰਨ ਕੀਤਾ ਉੱਥੇ ਤੁਧਨੁ ਸ਼ਬਦ ਵਰਤੇ ਹੈ, ਪਰ ਇੱਥੇ ਤੁਹਨੁ ਹੈ। ਜਪਜੀ ਸਾਹਿਬ ਦੇ ਵਿੱਚ ਤੁਹਨੁ ਹੀ ਉਚਾਰਨ ਕਰਨਾ। ਗਾਵਹਿ ਤੁਹਨੁ ਪੌਣ ਪਾਣੀ ਬੈਸੰਤਰ। ਹੇ ਵਾਹਿਗੁਰੂ ਜੀ, ਪੌਣ ਹਵਾ, ਪਾਣੀ ਜਲ, ਬੈਸੰਤਰ ਅਗਨੀ, ਇਹ ਵੀ ਤੇਰੇ ਜਸ ਨੂੰ ਗਾ ਰਹੇ ਨੇ। ਭਾਵ ਹਵਾ ਦੇ ਵਿੱਚ ਵੀ ਸੰਗੀਤ ਹੈ, ਪਾਣੀ ਦੇ ਵਿੱਚ ਵੀ ਰਾਗ ਹੈ ਤੇ ਅਗਨੀ ਦੇ ਵਿੱਚ ਵੀ ਧੁਨੀ ਹੈ। ਇਹ ਸਾਰੇ ਦੇ ਸਾਰੇ ਪੌਣ ਪਾਣੀ ਆਦਿਕ ਤਤ ਤੇਰੇ ਜਸ ਨੂੰ ਗਾਉਂਦੇ ਹਨ। ਇੱਥੇ ਹੀ ਬਸਨੇ ਗਾਵੈ ਰਾਜਾ ਧਰਮ ਦੁਆਰੇ। ਹੇ ਵਾਹਿਗੁਰੂ, ਤੇਰੇ ਉਸ ਦੁਆਰੇ ਦਾ ਅਰਥ ਹੈ ਦਰ ਤੇ, ਤੇਰੇ ਸੱਚਖੰਡ ਦਰਬਾਰ ਦੇ ਅੱਗੇ ਗਾਵੈ ਰਾਜਾ ਧਰਮ, ਜਿਹੜਾ ਧਰਮ ਰਾਜ ਹੈ ਉਹ ਵੀ ਤੇਰੇ ਜਸ ਨੂੰ ਗਾ ਰਿਹਾ ਹੈ। ਗਾਵੈ ਰਾਜਾ ਧਰਮ ਦੁਆਰੇ, ਇਹ ਧਰਮ ਜਿਹੜਾ ਮੰਮੇ ਨੂੰ ਔਂਕੜਾ ਇਕਵਚਨ ਦਾ ਲਖਾਇਕ ਹੈ ਤੇ ਇਸ ਲਈ ਗਾਵੈ ਜਿਹੜਾ ਸ਼ਬਦ ਗੁਰੂ ਮਹਾਰਾਜ ਨੇ ਲਿਖਿਆ, ਜਿੱਥੇ ਹਾਹੇ ਨਾਲ ਹੋਵੇ ਬਹੁ ਵਚਨ ਹੁੰਦਾ ਹੈ, ਜਿੱਥੇ ਹਾਹੇ ਤੋਂ ਬਿਨਾ ਹੋਵੇ ਗਾਵੈ ਉੱਥੇ ਇੱਕ ਵਚਨ ਹੁੰਦਾ ਹੈ। ਪਿੱਛੇ ਆਖਿਆ ਸੀ ਗਾਵਹਿ ਤੁਹਨੁ ਪੌਣ ਪਾਣੀ ਬੈਸੰਤਰ, ਹੁਣ ਇੱਥੇ ਪੌਣ ਪਾਣੀ ਬੈਸੰਤਰ ਬਹੁ ਵਚਨ ਹੋ ਗਿਆ। ਤੇ ਗਾਵੈ ਰਾਜਾ ਧਰਮ ਦੁਆਰੇ, ਉੱਥੇ ਹੁਣ ਧਰਮਰਾਜ ਵੀ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਇਹ ਇੱਕ ਵਚਨ ਹੋ ਗਿਆ। ਇਸ ਢੰਗ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਘਰ ਦਾ, ਸੱਚਖੰਡ ਦਰਬਾਰ ਦਾ ਜ਼ਿਕਰ ਕਰ ਰਹੇ ਹਨ।